ਸਤਿ ਸ਼੍ਰੀ ਅਕਾਲ। ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਜਿਵੇਂ ਹੁਣ ਕਰੋਨਾ ਨੂੰ ਲੈ ਕੇ ਮਾਮਲੇ ਦੁਬਾਰਾ ਵਧਣੇ ਸ਼ੁਰੂ ਹੋ ਗਏ ਨੇ। ਕਰੋਨਾ ਮਹਾਮਾਰੀ ਨੂੰ ਲੈ ਕੇ ਹਾਲਾਂਕਿ ਸ਼ੁਰੂਆਤ 'ਚ ਤਾਂ ਇਹ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਵਧੂ, ਫਿਰ ਉਸ ਤੋਂ ਬਾਅਦ ਇਹ ਦੌਰ ਵੀ ਆ ਗਿਆ ਕਿ ਲੋਕਾਂ ਨੇ ਖੁਦ ਹੀ ਅਣਗਹਿਲੀ ਨਹੀਂ ਸ਼ੁਰੂ ਕਰਤੀ ਕਿ ਆਖਰਕਾਰ ਕਿਤੇ ਨਾ ਕਿਤੇ ਖੁੱਲ੍ਹ ਤਾਂ ਸਭ ਕੁਝ ਗਿਆ, ਪਰ ਖਤਰਾ ਹੁਣ ਇੱਕ ਵਾਰ ਫਿਰ ਤੋਂ ਵੱਧ ਰਿਹਾ ਹੈ। ਇਸੇ ਦੌਰਾਨ ਪੀਜੀਆਈ ਦੇ ਵੱਲੋਂ ਜੇ ਕਹੀਏ ਕਿ ਇੱਕ ਸਟੱਡੀ ਸਾਹਮਣੇ ਆਈ ਆ, ਉਸ ਸਟੱਡੀ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਜੇ ਕਿਹਾ ਜਾਵੇ ਤੱਥ ਸਾਹਮਣੇ ਆਏ ਨੇ, ਤਾਂ ਉਹ ਤੱਥ ਜਾਣਨੇ ਬੇहद ਜ਼ਰੂਰੀ ਨੇ, ਕਿਉਂਕਿ ਜਦੋਂ ਕੋਈ ਮਹਾਮਾਰੀ ਆ ਉਹ ਵੀ ਇੰਨੀ ਜ਼ਿਆਦਾ ਖਤਰਨਾਕ ਕਿ ਆਖਰਕਾਰ ਤੁਹਾਡੀ ਜਾਨ ਜਾ ਸਕਦੀ ਹੈ, ਤਾਂ ਹਰ ਇੱਕ ਛੋਟੇ ਤੋਂ ਛੋਟੇ ਪੁਆਇੰਟ ਤੇ ਵੀ ਗਹਿਨਤਾ ਨਾਲ ਜਾਣਨਾ ਪੈਂਦਾ। ਡਾਕਟਰ ਸਾਡੇ ਨਾਲ ਹੈਗੇ ਨੇ ਪੀਜੀਆਈ ਦੇ, ਜਿਨ੍ਹਾਂ ਦੇ ਵੱਲੋਂ ਸਟੱਡੀ ਕੀਤੀ ਗਈ ਹੈ, ਤੇ ਉਹਨਾਂ ਨਾਲ ਗੱਲ ਕਰ ਲੈਣੇ ਕਿ ਆਖਰ ਕੀ ਚੀਜ਼ਾਂ ਨੇ, ਕੀ ਪੁਆਇੰਟ ਦੇਖੇ ਨੇ ਉਹਨਾਂ ਨੇ। ਸਭ ਤੋਂ ਵੱਡੀ ਗੱਲ, ਸ਼ਰਾਬ ਜਿਹੜੇ ਪੀਂਦੇ ਨੇ ਜਾਂ ਸਿਗਰਟ ਪੀਂਦੇ ਨੇਗੇ, ਉਹਨਾਂ ਵਾਸਤੇ ਇਹ ਵੱਡੀ ਖਬਰ ਹੈ। ਡਾਕਟਰ ਸਾਹਿਬ, ਦੇਖਿਆ ਜਾਵੇ ਕਿ ਬਹੁਤ ਸਾਰੇ ਤੱਥ ਸ਼ੁਰੂ ਹੋ ਜਾਂਦੇ ਨੇ। ਸ਼ੁਰੂਆਤ ਦੇ ਦੌਰ ਦੇ ਵਿੱਚ ਤਾਂ ਆਇਆ ਤੇ ਸ਼ਰਾਬ ਦੇ ਬੈਨੀਫਿਟ ਹੀ ਬੜੇ ਨੇਗੇ, ਬਟ ਹੌਲੀ ਹੌਲੀ ਚੀਜ਼ਾਂ ਸਮਝ ਆਈਆਂ। ਪਰ ਹੁਣ ਜਿਹੜੇ ਹਾਲਾਤ ਦੁਬਾਰਾ ਤੋਂ ਬਣੇ ਨੇ, ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਤੁਹਾਡੀ ਸਟੱਡੀ ਕੀ ਕਹਿੰਦੀ ਹੈ? देखो, इस अध्ययन में हमने मरीजों को जो यहाँ पे एनएचसी कोविड में एडमिट होते हैं उन सभी मरीजों को लिया और हमने उन मरीजों में देखा कि पहले तो कौन नशा करता है कौन नहीं करता है। फिर हमने उनको ग्रुपों में बांटा, जो नशा करते हैं और जो नशा नहीं करते हैं। हमने उन दोनों ग्रुप्स को कंपेयर किया कि जैसे एडमिट होने के बाद 14 दिन के बाद उनकी हम टेस्ट देखते हैं कि पॉजिटिव आया नेगेटिव आया, फिर 18 दिन के बाद और फिर 23वें दिन हम देखते हैं। तो हमने पाया कि जो नशा करते हैं जैसे कि शराब और तंबाकू, तो उन मरीज़ों में जो कोविड की रिपोर्ट नेगेटिव आने में ज़्यादा समय लगता है, मतलब उनको हॉस्पिटल में ज़्यादा समय व्यतीत करना पड़ता है उनके जो नशा नहीं करते हैं उनके कंपैरिजन में। ਪਰ ਇਹਦੇ 'ਚ ਦੇਖੀਏ ਜੀ, ਜਿਹੜਾ ਕਿ ਫਰਕ ਕਿੰਨਾ ਕੁ ਹੈਗਾ ਨੈਗੇਟਿਵ ਹੋਣ ਦੇ ਵਿੱਚ? ਇਕੱਲੇ ਨੈਗੇਟਿਵ ਹੋਣ ਦੇ ਵਿੱਚ ਹੀ ਫਰਕ ਹੈ, ਜਾਂ ਫਿਰ ਕਹੀਏ ਕਿ ਜੇਕਰ ਉਹ ਸਰੀਰ ਰਿਕਵਰ ਨਹੀਂ ਵੀ ਕਰਦਾ ਤਾਂ ਇਹਦਾ ਮਤਲਬ ਕਿ ਜਾਨ ਵੀ ਜਾ ਸਕਦੀ ਹੈ ਕੱਲ੍ਹ ਨੂੰ, ਜੇਕਰ ਵਾਇਰਸ ਰਿਕਵਰ ਨਹੀਂ ਹੁੰਦਾ ਹੈਗਾ? देखो, ये तो अगर नॉट पार्ट ऑफ द स्टडी, वो हमने इस स्टडी में हमने देखा नहीं है कि जो आउटकम आपके बात कर रहे हैं कि जान जा सकती है नहीं जा सकती है या सीवियरिटी ऑफ सिम्टम कितनी थी, वो हमने इस अध्ययन में नहीं देखा है। लेकिन हाँ, अगर हॉस्पिटल में ज़्यादा समय व्यतीत करना पड़ता है, रहना पड़ता है, उसके दुष्प्रभाव अपने होते हैं उसके। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਕਰੋਨਾ ਨੂੰ ਲੈ ਕੇ ਸਟਾਰਟਿੰਗ ਦੇ ਵਿੱਚ ਇਹ ਸ਼ੁਰੂ ਹੋਏ ਸੀਗੇ ਕਿ ਜਿਹੜੇ ਸ਼ਰਾਬ ਪੀਂਦੇ ਨੇ, ਬੜਾ ਪ੍ਰਚਾਰ ਵੀ ਹੋਇਆ, ਉਦੋਂ ਬਾਅਦ 'ਚ ਫਿਰ ਉਹ ਚੀਜ਼ਾਂ ਬੈਕਆਊਟ ਤੇ ਆਉਂਦੀਆਂ ਹੋਈਆਂ ਦਿਖੀਆਂ। ਇਹ ਕਹਿ ਸਕਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਕਰੋਨਾ ਨੂੰ ਜੇ ਕਹੀਏ ਕਿ ਖਾਸ ਤੌਰ ਤੇ ਨਸ਼ਾ ਕਿਸੇ ਵੀ ਤਰ੍ਹਾਂ ਦਾ ਕਿ ਕੋਈ ਰੋਕ ਸਕਦਾ ਉਹਨੂੰ? नहीं, कोई ऐसी कोई भी चीज़ नहीं है जो कोरोना को प्रोटेक्टिव हो सकता है। नशे, किसी भी प्रकार का नशा हो, वो कोरोना को ज़्यादा टाइम बॉडी में रह सकती है और वो उसका दुष्प्रभाव दूसरे प्रकार का हो सकता है। तो इसीलिए नशे जो लोग कर रहे हैं उनके लिए फिर अगर कोविड हो जाता है तो लंबा टाइम तक इन्फेक्शन बॉडी में रहेगा। ਡਾਕਟਰ ਗਰੋਵਰ, ਜੇ ਦੇਖਿਆ ਜਾਵੇ ਕਿ ਸ਼ਰਾਬ ਨੂੰ ਲੈ ਕੇ ਜ਼ਿਆਦਾ ਸਮਝਦੇ ਸੀ ਲੋਕ, ਕਿਉਂਕਿ ਸ਼ਰਾਬ ਦੀ ਜੇ ਕਿਹਾ ਜਾਵੇ ਸਰਕਾਰ ਦੇ ਵੱਲੋਂ, ਕਿਉਂਕਿ ਪ੍ਰਮਾਣਿਤ ਤਾਂ ਖਪਤ ਵੀ ਜ਼ਿਆਦਾ ਕਿਤੇ ਨਾ ਕਿਤੇ, ਹਰ ਕੋਈ ਇਹ ਕਹਿੰਦਾ ਵੀ ਠੀਕ ਹੈ ਸਰਕਾਰ ਨੇ ਤਾਂ ਬੈਨ ਕੀਤੀ ਨਹੀਂ ਹੋਈ। ਪਰ ਬਿਮਾਰੀਆਂ ਦੇ ਨਾਲ ਜੇ ਕਹੀਏ ਕਿ ਜਿਹੜੀ ਤੁਹਾਡੀ ਸਟੱਡੀ ਇਹ ਸਾਹਮਣੇ ਆਈ ਆ, ਉਹਦੇ ਵਿੱਚ ਇਹ ਤਾਂ ਹੈ ਹੀ ਹੈ ਕਿਤੇ ਨਾ ਕਿਤੇ ਕਿ ਹਾਂ ਸ਼ਰਾਬ ਦੇ ਨਾਲ ਤਾਂ ਨੁਕਸਾਨ ਹੀ ਹੈ, ਫਾਇਦਾ ਤਾਂ ਕੋਈ ਨਹੀਂ। देखो, ये स्टडी ਜਿਹੜੀ ਗੱਲ ਕਹਿੰਦੀ ਹੈ ਬੜੀ ਸਿੰਪਲ ਜੀ ਗੱਲ ਹੈ ਕਿ ਅਗਰ ਆਪਾਂ ਦੇਖ ਰਹੇ ਜਿੱਦਾਂ ਕੋਵਿਡ ਹੁਣ ਦੁਬਾਰਾ ਵੱਧ ਰਿਹਾ, ਜਿਹੜੇ ਸ਼ਰਾਬ ਪੀ ਰਹੇ ਨੇ ਅਗਰ ਉਹਨਾਂ ਨੂੰ ਕੋਵਿਡ ਹੋ ਜਾਵੇ ਤੇ ਉਹਨਾਂ ਵਾਸਤੇ 3 ਨੁਕਸਾਨ ਹੈਗੇ। ਸਭ ਤੋਂ ਪਹਿਲਾ ਨੁਕਸਾਨ ਕਿ ਅਗਰ ਉਹ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਨੇ ਜਾਂ ਹਸਪੀਟਲ 'ਚ ਜਾ ਕੇ ਰਹਿ ਰਹੇ ਨੇ ਤੇ ਉਹਨਾਂ ਨੂੰ ਜ਼ਿਆਦਾ ਟਾਈਮ ਦੂਜਿਆਂ ਤੋਂ ਅਲੱਗ ਰਹਿਣਾ ਪਏਗਾ, ਕਿਉਂਕਿ ਉਹਨਾਂ ਦੀ ਨੈਗੇਟਿਵ ਹੋਣ 'ਚ ਜ਼ਿਆਦਾ ਟਾਈਮ ਲੱਗੂਗਾ। ਪਹਿਲਾ ਨੁਕਸਾਨ ਤਾਂ ਇਹ ਹੈ। ਤੇ ਆਈਸੋਲੇਸ਼ਨ 'ਚ ਰਹਿਣਗੇ ਤੇ ਉਹਦੇ ਨਾਲ ਵੀ ਲੋਨਲੀਨੈਸ, ਡਿਪਰੈਸ਼ਨ, ਸੈਡਨੈਸ ਇਹ ਵਧੂਗੀ, ਇਹ ਦੂਜਾ ਨੁਕਸਾਨ। ਤੀਜਾ ਹੈ ਕਿ ਅਗਰ ਇਹੋ ਜਿਹੇ ਲੋਕ 2 ਹਫ਼ਤੇ ਬਾਅਦ ਇਹ ਸੋਚਣ ਲੱਗ ਜਾਣਗੇ ਸਾਡੀ ਤਾਂ ਹੁਣ ਨੈਗੇਟਿਵ ਹੋ ਗਈ, ਹੁਣ ਉਹ ਬਾਹਰ ਘੁੰਮਣਾ ਸ਼ੁਰੂ ਕਰ ਦੇਣ, ਕੁਝ ਕਰ ਦੇਣ, ਤੇ ਉਹਨਾਂ ਤੋਂ ਇਨਫੈਕਸ਼ਨ ਦੂਜਿਆਂ ਨੂੰ ਫੈਲ ਸਕਦਾ ਹੈ। ਤੇ ਇਹ 3 ਚੀਜ਼ਾਂ ਸਾਨੂੰ ਸਮਝਣੀਆਂ ਨੇ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਉਲਟਾ ਜ਼ਿਆਦਾ ਪ੍ਰੀਕਾਸ਼ਨ ਲੈਣੀਆਂ ਨੇ ਅਗਰ ਉਹਨਾਂ ਨੂੰ ਕੋਵਿਡ ਹੋ ਜਾਵੇ ਤਾਂ, ਕਿ ਉਹਨਾਂ ਨੂੰ ਆਪਣੇ ਆਪ ਨੂੰ ਜ਼ਿਆਦਾ ਦੇਰ ਦੂਜਿਆਂ ਤੋਂ ਅਲੱਗ ਰੱਖਣਾ ਪਏਗਾ। ਅਗਰ ਲੋਕ ਅੱਜ ਕੱਲ੍ਹ, ਕਿਉਂਕਿ ਹਸਪੀਟਲ ਐਡਮਿਸ਼ਨ ਤਾਂ ਜ਼ਿਆਦਾ ਨਹੀਂ ਹੋ ਰਹੀ, ਅਗਰ ਜ਼ਿਆਦਾ ਸੀਵੀਅਰ ਇਲਨੈਸ ਨਾ ਹੋਵੇ ਤਾਂ ਲੋਕ ਹੋਮ ਆਈਸੋਲੇਸ਼ਨ ਲੈ ਰਹੇ ਨੇ। ਹੋਮ ਆਈਸੋਲੇਸ਼ਨ 'ਚ ਵੀ ਲੋਕਾਂ ਨੂੰ ਫਿਰ ਇਹ ਚੀਜ਼ ਦਾ ਧਿਆਨ ਰੱਖਣਾ ਕਿ ਆਪਣੇ ਆਪ ਨੂੰ ਦੂਜਿਆਂ ਤੋਂ ਜ਼ਿਆਦਾ ਦੇਰ ਤੱਕ ਅਲੱਗ ਰੱਖਣਾ। ਅਗਰ ਬੰਦਾ ਸ਼ਰਾਬ ਪੀਂਦਾ ਕਿ ਨੈਗੇਟਿਵ ਹੋਣ 'ਚ, ਜੋ ਸਾਡੀ ਸਟੱਡੀ ਦੱਸ ਰਹੀ ਹੈ ਹਾਲੇ ਕਿ ਨੈਗੇਟਿਵ ਹੋਣ 'ਚ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ। ਇਹਦਾ ਮਤਲਬ ਅਗਰ ਉਹ ਨੈਗੇਟਿਵ ਹੋਣ ਤੋਂ ਪਹਿਲਾਂ ਹੀ ਬਾਹਰ ਨਿਕਲਣਾ ਸ਼ੁਰੂ ਕਰ ਦੇਣ ਤਾਂ ਹੋ ਸਕਦਾ ਉਹਨਾਂ ਤੋਂ ਇਨਫੈਕਸ਼ਨ ਫਿਰ ਦੂਜਿਆਂ ਨੂੰ ਫੈਲੂਗਾ। ਓਬਜ਼ਰਵ ਕਿੰਨਾ ਕੀਤਾ ਤੁਸੀਂ ਕਿ ਕਿੰਨਾ ਕੁ ਜ਼ਿਆਦਾ ਫਰਕ ਪੈ ਜਾਂਦਾ? ਜੇ ਸਪੋਜ਼ ਕਰੋ ਕਿ ਮੈਂ ਸ਼ਰਾਬ ਨਹੀਂ ਪੀਂਦਾ ਤਾਂ ਮੈਂ 7 ਦਿਨ ਦੇ ਵਿੱਚ ਠੀਕ ਹੋਣਾ, ਤਾਂ ਸ਼ਰਾਬ ਵਾਲਾ ਕਿੰਨੇ ਦਿਨ ਲੱਗ ਜਾਂਦੇ ਨੇ? ਇੱਕ ਇਹ ਵੀ ਕੋਈ ਟਾਈਮ ਨਹੀਂ ਹੈਗਾ? ਇੱਦਾਂ ਹੈ ਕਿ ਸਾਡੀ ਸਟੱਡੀ 'ਚ ਜਦੋਂ ਇਹ ਸਟੱਡੀ ਕੀਤੀ ਗਈ ਸੀ ਉਸ ਟਾਈਮ ਗਵਰਨਮੈਂਟ ਦੇ ਰੈਗੂਲੇਸ਼ਨ ਜਿੱਦਾਂ ਸੀਗੇ ਕਿ ਜਦੋਂ ਵੀ ਪੇਸ਼ੈਂਟ ਕੋਈ ਐਡਮਿਟ ਹੁੰਦਾ ਕੋਵਿਡ ਦੇ ਨਾਲ 14ਵੇਂ ਦਿਨ 'ਚ ਉਹਦੇ ਟੈਸਟ ਹੁੰਦਾ। 14ਵੇਂ ਦਿਨ 'ਚ ਅਗਰ ਨੈਗੇਟਿਵ ਆ ਜਾਏ ਤਾਂ ਹੀ ਉਹਦੀ ਹਸਪਤਾਲ ਤੋਂ ਛੁੱਟੀ ਹੁੰਦੀ ਹੈ। ਅਗਰ 14ਵੇਂ ਦਿਨ 'ਤੇ ਨੈਗੇਟਿਵ ਨਾ ਆਵੇ ਤਾਂ ਉਹਦਾ 4 ਦਿਨ ਬਾਅਦ 18ਵੇਂ ਦਿਨ 'ਚ ਰਿਪੀਟ ਹੁੰਦਾ, 23ਵੇਂ ਦਿਨ 'ਚ ਰਿਪੀਟ ਹੁੰਦਾ ਸੀ।
ਉਹ ਹੁਣ ਹਾਲੀ ਕਿ ਉਹ ਰੈਗੂਲੇਸ਼ਨਸ ਹਟ ਗਏ ਨੇ। ਲੇਕਿਨ ਜਦੋਂ ਇਹ ਚੀਜ਼ ਅਸੀਂ ਦੇਖੀ ਕਿ 14ਵੇਂ ਦਿਨ 'ਚ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੀ ਨੈਗੇਟਿਵ ਹੋਣ 'ਚ ਘੱਟ ਬੰਦਿਆਂ ਦੀ ਨੈਗੇਟਿਵ ਹੋ ਰਹੀ ਹੈ ਕੰਪੇਅਰ ਟੂ ਜਿਹੜੇ ਨਸ਼ੇ ਨਹੀਂ ਕਰਦੇ। 18ਵੇਂ ਦਿਨ 'ਚ ਵੀ ਉਹੀ ਸਿਚੁਏਸ਼ਨ ਹੈ, ਜਿਹੜੇ ਨਸ਼ੇ ਕਰਦੇ ਨੇ ਜਿਹੜੇ ਨਹੀਂ ਕਰਦੇ ਉਹਦੇ ਮੁਕਾਬਲੇ ਘੱਟ ਬੰਦਿਆਂ ਦੀ ਰਿਪੋਰਟ ਨੈਗੇਟਿਵ ਆ ਰਹੀ ਹੈ ਤੇ 23ਵੇਂ ਦਿਨ ਤੱਕ ਵੀ ਇਹ ਸਿਚੁਏਸ਼ਨ ਪਰਸਿਸਟ ਕਰ ਰਹੀ ਹੈ। ਇਹਦਾ ਮਤਲਬ ਕਿ ਉਹਨਾਂ ਦੇ ਸਰੀਰ 'ਚ ਇਨਫੈਕਸ਼ਨ ਜ਼ਿਆਦਾ ਦੇਰ ਤੱਕ ਰਹਿ ਰਿਹਾ। ਤੇ ਕਿੰਨੇ ਕੁ ਲੋਕਾਂ ਤੇ ਤੁਸੀਂ ਸਟੱਡੀ ਕਰੀ, ਕਿੰਨਾ ਕੁ ਡਾਟਾ? ਇਹ ਡੇਟਾ ਸੀਗਾ 95 ਪੇਸ਼ੈਂਟ ਦਾ, 95 ਪੇਸ਼ੈਂਟ ਦਾ, ਜਿਹਦੇ 'ਚ 25 ਬੰਦੇ ਇਹੋ ਜਿਹੇ ਸੀ ਜਿਹੜੇ ਨਸ਼ਾ ਦੇ ਆਦੀ ਸੀ ਤੇ 70 ਬੰਦੇ ਇਹੋ ਜਿਹੇ ਸੀ ਜਿਹੜੇ ਨਸ਼ੇ ਨਹੀਂ ਕਰਦੇ ਸੀ। ਇੱਕ ਲਾਸਟ ਐਨਕ ਦੋ ਡਾਕਟਰ ਸਾਹਿਬ, ਕਿਉਂਕਿ ਬਾਕੀ ਤਾਂ ਚੀਜ਼ ਹੈ ਹੀ ਹੈ ਕਿ ਚਲੋ ਠੀਕ ਹੈ ਵੀ ਵੈਸੇ ਇਮਿਊਨਿਟੀ ਵੀਕ ਹੋ ਜਾਂਦੀ ਹੈ, ਸੋ ਲੋਕ ਸੋਚਦੇ ਵੀ ਨੇ ਆਪਦੇ ਆਪ ਨੂੰ, ਪਰ ਇੱਕ ਚੀਜ਼ ਹੋਰ ਰਹਿ ਜਾਂਦੀ ਹੈ ਕਿ ਇਹ ਤਾਂ ਸਟੱਡੀ ਆ ਗਈ ਕਿ ਜਿਹੜੇ ਡਰਿੰਕ ਕਰਦੇ ਨੇ, ਸਮੋਕਿੰਗ ਕਰਦੇ ਨੇ, ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਨੇ। ਹੁਣ ਕਈ ਲੋਕ ਹੋ ਸਕਦਾ ਵੀ ਖਬਰ ਸੁਣ ਕੇ ਇਸ ਚੀਜ਼ ਨੂੰ ਥੋੜਾ ਜਿਹਾ ਫਰਕ ਪਾ ਲੈਣ, ਕਿਉਂਕਿ ਕਰੋਨਾ ਤਾਂ ਵੱਧ ਹੀ ਰਿਹਾ ਹੈਗਾ, ਤਾਂ ਉਹਨਾਂ ਵਾਸਤੇ ਉਹ ਸੋਚ ਸਕਦੇ ਨੇ ਵੀ ਜੇਕਰ ਅੱਜ ਉਹ ਸ਼ਰਾਬ ਪੀਣਾ ਛੱਡਦੇ ਨੇ ਜਾਂ ਸਮੋਕਿੰਗ ਛੱਡਦੇ ਨੇ ਤਾਂ ਉਹਨਾਂ ਨੂੰ ਪੋਜ਼ਿਟਿਵਲੀ ਇਫੈਕਟ ਮਿਲਣਗੇ ਇਸ ਦੇ, ਕਿ ਅਗਰ ਰੱਬ ਨਾ ਕਰੇ ਹੋ ਜਾਂਦਾ ਕਿਸੇ ਨੂੰ ਕਰੋਨਾ। ਦੇਖिए ये स्टडी 'ਚ ਇਹ ਚੀਜ਼ ਨਹੀਂ ਦੇਖੀ ਗਈ ਹੈ ਕਿ ਹੁਣ ਛੱਡਣ ਨਾਲ ਕੀ ਹੋਏਗਾ, ਲੇਕਿਨ ਆਮ ਤੌਰ 'ਤੇ ਨੋਰਮਲੀ ਅਸੀਂ ਹਮੇਸ਼ਾ ਐਡਵਾਈਜ਼ ਕਰਦੇ ਹਾਂ ਕਿ ਜੋ ਵੀ ਜਿਹੜਾ ਨਸ਼ਾ ਕਰਦਾ ਹੈ, ਅਗਰ ਨਸ਼ੇ ਦਾ ਤੁਹਾਡੇ ਸਰੀਰ 'ਤੇ ਨੁਕਸਾਨ ਹੋ ਰਿਹਾ ਹੈ ਔਰ ਨਸ਼ੇ ਦਾ ਜਿਹੜਾ ਬੰਦਾ ਆਦੀ ਹੈ ਉਹਨੂੰ ਨਸ਼ਾ ਛੱਡਣਾ ਚਾਹੀਦਾ ਕਿਸੇ ਵੀ ਤਰੀਕੇ, ਕਿਸੇ ਵੀ ਕਾਰਨਵਸ਼। ਇਹ ਨਹੀਂ ਕਿ ਮੈਂ ਸਿਰਫ ਕੋਵਿਡ 'ਤੇ ਫਾਇਦਾ, ਅਗਰ ਨਸ਼ਾ ਛੱਡੋਗੇ ਤਾਂ ਤੁਹਾਡੇ ਪੂਰੇ ਸਰੀਰ ਵਾਸਤੇ ਹਮੇਸ਼ਾ ਹੀ ਫਾਇਦਾ ਹੈ। ਤੇ ਜਿੰਨਾ ਨਸ਼ੇ ਤੋਂ ਦੂਰ ਰਹੋਗੇ, ਜਿੰਨਾ ਹੈਲਦੀ ਲਾਈਫ ਸਟਾਈਲ ਮੇਨਟੇਨ ਕਰੋਗੇ, ਉਨਾ ਤੁਹਾਡੇ ਵਾਸਤੇ ਚੰਗਾ ਹੈ। ਹੈਲਦੀ ਲਾਈਫ ਸਟਾਈਲ ਰਹੇਗੀ ਤਾਂ ਤੁਹਾਡੀ ਇਮਿਊਨਿਟੀ ਵੀ ਇੰਪਰੂਵ ਹੋਏਗੀ, ਉਹ ਤੁਹਾਡੇ ਵਾਸਤੇ ਜ਼ਿਆਦਾ ਬੈਟਰ ਹੈ। ਬਿਲਕੁਲ ਕਿਹਾ ਜਾ ਸਕਦਾ ਕਿ ਆਖਰਕਾਰ ਨਸ਼ਾ ਤਾਂ ਕਿਸੇ ਵੀ ਚੀਜ਼ ਦਾ ਜੇ ਕਿਹਾ ਜਾਵੇ ਕਿ ਇਕੱਲੇ ਕੋਵਿਡ ਨਹੀਂ, ਬਲਕਿ ਡਾਕਟਰ ਸਾਹਿਬ ਜਿਸ ਤਰ੍ਹਾਂ ਕਹਿੰਦੇ ਨੇ ਤੇ ਸਾਰੇ ਸਮਝਦੇ ਨੇ ਇਸ ਚੀਜ਼ ਨੂੰ ਕਿ ਨਸ਼ਾ ਜੋ ਤੁਸੀਂ ਕਰਦੇ ਹੋ ਤਾਂ ਇਕੱਲੇ ਸਿਰਫ ਕਰੋਨਾ ਨਹੀਂ ਹੋ ਸਕਦਾ, ਕਿ ਕਰੋਨਾ ਨਾ ਵੀ ਹੋਵੇ ਤਾਂ ਬਾਕੀ ਕਿਸੇ ਚੀਜ਼ਾਂ ਦਾ ਨੁਕਸਾਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਦੇਖਣਾ ਪੈਂਦਾ। ਪਰ ਹੁਣ ਕਰੋਨਾ ਨੂੰ ਲੈ ਕੇ ਜ਼ਿਆਦਾ ਇਤਿਹਾਦ ਦੀ ਲੋੜ ਹੈ, ਤਾਂ ਕਮ ਸੇ ਕਮ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਨੇ ਜਾਂ ਸਮੋਕਿੰਗ ਵਾਲੇ ਤਾਂ ਸਿੱਧੇ ਤੌਰ ਤੇ, ਬਾਕੀ ਵੀ ਜਿਹੜੇ ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਨੇ ਤਾਂ ਇਹ ਚੀਜ਼ ਸਮਝਣੀ ਹੋਊਗੀ ਕਿ ਜੇਕਰ ਤੁਸੀਂ ਹਸਪੀਟਲ 'ਚ ਜਾਂਦੇ ਹੋ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਵੀ ਸ਼ੁਰੂ ਹੋ ਜਾਂਦੀਆਂ ਨੇ। ਜੇ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਤਾਂ ਬਿਹਤਰ ਇਹੀ ਹੈ ਕਿ ਆਖਰਕਾਰ ਜਿਹੜੀ ਚੀਜ਼ ਦੀ ਲੋੜ ਸਾਡੇ ਸਰੀਰ ਨੂੰ ਹੈ ਹੀ ਨਹੀਂ, ਯਾਨੀ ਕਿ ਤੁਸੀਂ ਚਾਹੇ ਨਸ਼ਾ ਕਿਸੇ ਵੀ ਤਰ੍ਹਾਂ ਦਾ ਕਰਦੇ ਹੋ, ਜਦੋਂ ਸਰੀਰ ਨੂੰ ਉਸ ਚੀਜ਼ ਦੀ ਲੋੜ ਹੈ ਹੀ ਨਹੀਂ ਤਾਂ ਜ਼ਰੂਰਤ ਨਹੀਂ ਹੈਗੀ ਕਿ ਆਖਰ ਕਰਕੇ ਇਸ ਤਰ੍ਹਾਂ ਦੀ ਆਫਤ ਜਾਂ ਪਰੇਸ਼ਾਨੀ ਮੁੱਲ ਲਈ ਜਾ ਸਕੇ। ਬਿਹਤਰ ਹੈ ਦੋ ਪੈਸੇ ਨਸ਼ੇ ਤੋਂ ਵੀ ਬਚਣਗੇ ਤੇ ਤੀਜੇ ਪਾਸੇ ਕੱਲ੍ਹ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਉਹਦੇ 'ਚ ਵੀ ਰਿਕਵਰ ਕਰਨ ਦੇ ਵਿੱਚ ਤੁਹਾਨੂੰ ਫਾਇਦਾ ਹੋਏਗਾ। ਇਹ ਚੀਜ਼ ਖੈਰ ਲੋਕਾਂ ਨੂੰ ਹੁਣ ਸਮਝ ਲੈਣੀ ਚਾਹੀਦੀ ਹੈ, ਕਿਉਂਕਿ ਕਰੋਨਾ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਲਿਹਾਜ਼ ਰੱਖਦਾ ਹੋਇਆ ਨਜ਼ਰ ਨਹੀਂ ਆਉਂਦਾ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੇਸ਼ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।